PA1 students. Bachche, today we are going to start the meaning and definitions and concept of the liberty. What do you mean by the liberty? ਸੁਤੰਤਰਤਾ ਕਿਸ ਨੂੰ ਕਿਹਾ ਜਾਂਦਾ ਹੈ? ਫਰੀडम ਕੀ ਹੈ? ਫਰੀडम ਬੇਟਾ, ਲਿਬਰਟੀ, ਫਰੀडम, ਦੇ ਆਲ ਆਰ ਸੇਮ ਵਰਡਸ। ਬਟ ਹਰ ਇੱਕ ਵਿਅਕਤੀ ਜਿਹੜਾ ਹੈਗਾ, ਤੁਹਾਨੂੰ ਪਤਾ ਹੈ, ਹਰ ਇੱਕ ਹਿਊਮਨ ਬੀਇੰਗ ਜਿਹੜਾ ਹੈਗਾ ਉਹ ਆਪਣੀ ਲਾਈਫ 'ਚ ਲਿਬਰਟੀ ਚਾਹੁੰਦਾ ਹੈ। ਅਗਰ ਲਿਬਰਟੀ ਨਾ ਹੋਵੇ ਤਾਂ ਉਸਦੀ ਜਿਹੜੀ ਲਾਈਫ ਹੈ ਉਹ ਆਪਣੀ ਲਾਈਫ ਨੂੰ ਗਰੋ ਨਹੀਂ ਕਰ ਸਕਦਾ, ਸਟੈਂਡਰਡ ਆਫ ਲਿਵਿੰਗ ਇਨਕਰੀਜ਼ ਨਹੀਂ ਕਰ ਸਕਦਾ। ਸੁਤੰਤਰਤਾ ਦੇ ਮਾਇਨੇ ਹਰ ਇੱਕ ਵਿਅਕਤੀ ਨੂੰ ਪਤਾ ਹੈ, ਔਰ ਹਰ ਇੱਕ ਵਿਅਕਤੀ ਜਿਹੜਾ ਹੈਗਾ ਇਸ ਨੂੰ ਚਾਹੁੰਦਾ ਹੈ। ਇਸ ਦੀ ਨੀਡ ਜਿਹੜੀ ਹੈਗੀ ਹੈ ਹਰ ਇੱਕ ਵਿਅਕਤੀ ਨੂੰ ਹੁੰਦੀ ਹੈ। ਸੁਤੰਤਰਤਾ ਇੱਕ ਅਜਿਹੀ ਧਾਰਨਾ ਹੈ ਜਿਸ ਤੋਂ ਹਰ ਵਿਅਕਤੀ ਜਾਣੂ ਹੈ, ਠੀਕ ਹੈ। ਇਸ ਨੂੰ ਪਿਆਰ ਕਰਦਾ ਹੈ ਅਤੇ ਇਸ ਨੂੰ ਪਾਉਣਾ ਚਾਹੁੰਦਾ ਹੈ, ਪ੍ਰਾਪਤ ਕਰਨਾ ਚਾਹੁੰਦਾ ਹੈ, ਪਰੰਤੂ ਇਸ ਦੀ ਧਾਰਨਾ ਦੇ ਠੀਕ ਅਰਥ ਬਹੁਤ ਸਪਸ਼ਟ ਲੋਕ ਜਾਣਦੇ ਨੇ। ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇਹਦਾ ਰੀਅਲ ਮੀਨਿੰਗ ਪਤਾ ਹੈ। ਸੋ ਫਸਟਲੀ ਵੀ ਆਰ ਗੋਇੰਗ ਟੂ ਸਟਾਰਟ ਦੈਟ ਕਿ ਲਿਬਰਟੀ ਵਰਡ ਲਿਆ ਕਿੱਥੋਂ ਗਿਆ ਹੈ। ਓਰੀਜਨ ਆਫ ਦੀ ਵਰਡ ਲਿਬਰਟੀ। ਸੁਤੰਤਰਤਾ, ਜਿਸ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਲਿਬਰਟੀ ਕਿਹਾ ਜਾਂਦਾ ਹੈ, ਲੈਟਿਨ ਭਾਸ਼ਾ ਦੇ ਸ਼ਬਦ ਲਿਬਰ ਤੋਂ ਲਿਆ ਗਿਆ ਹੈ। ਲਿਬਰ ਤੋਂ ਲਿਆ ਗਿਆ ਲੈਟਿਨ ਭਾਸ਼ਾ ਦਾ, ਜਿਸ ਦਾ ਅਰਥ ਹੈ ਅਣਹੋਂਦ, ਰੋਕਾਂ ਦੀ ਅਣਹੋਂਦ, ਯਾਨੀ ਐਬਸੈਂਸ ਆਫ ਆਲ ਰਿਸਟ੍ਰੇਂਟ, ਯਾਨੀ ਕਿ ਸਾਰੀਆਂ ਲਿਮਿਟਸ ਤੋਂ ਪਰੇ ਜਿਹੜੀ ਚੀਜ਼ ਹੈ ਉਸ ਨੂੰ ਕਿਹਾ ਜਾਂਦਾ ਹੈ, ਲਿਬਰਟੀ ਕਿਹਾ ਜਾਂਦਾ ਹੈ। ਲਿਬਰ ਦਾ ਅਰਥ ਹੈ ਜਿਹੜਾ ਲੈਟਿਨ ਭਾਸ਼ਾ ਦਾ ਅਰਥ ਹੈ, ਠੀਕ ਹੈ। ਉਸ ਤੋਂ ਬਾਅਦ ਹੈ ਡੈਫੀਨੇਸ਼ਨਸ ਆਫ ਦੀ ਲਿਬਰਟੀ। ਹਰ ਇੱਕ ਪਰਸਨ ਨੇ, ਹਰ ਇੱਕ ਜਿਹੜਾ ਫਿਲਾਸਫਰ ਨੇ, ਹਰ ਜਿਹੜਾ ਇੱਕ ਰਾਜਨੀਤਿਕ ਵਿਗਿਆਨ ਦਾ ਮਾਹਿਰ ਹੈ, ਹਰ ਕਿਸੇ ਨੇ ਆਪਣੀ ਲਿਬਰਟੀ ਦੇ ਬਾਰੇ ਵੱਖ-ਵੱਖ ਡੈਫੀਨੇਸ਼ਨ ਦਿੱਤੀ ਹੈ। ਤੁਸੀਂ ਇਹਨਾਂ ਦੇ ਵਿੱਚੋਂ ਬੇਟਾ ਕੋਈ ਵੀ 7 ਨੇ, ਇਹਦੇ ਵਿੱਚੋਂ ਕੋਈ ਵੀ 2 ਯਾਦ ਕਰ ਸਕਦੇ ਹੋ। ਇਹਦੀ ਜਿਹੜੀ ਡੈਫੀਨੇਸ਼ਨ ਹੈ, ਜਿਹੜੀ ਤੁਸੀਂ ਅਰਥ ਲਿਖੋਗੇ ਉਹ ਤੁਸੀਂ ਇੱਥੋਂ ਸ਼ੁਰੂ ਕਰੋਗੇ ਕਿ ਸੁਤੰਤਰਤਾ ਦਾ ਅਰਥ ਵਿਅਕਤੀ ਨੂੰ ਵਿਕਾਸ ਲਈ ਉਚਿਤ ਮੌਕੇ ਪ੍ਰਦਾਨ ਕਰਨਾ ਹੈ, ਪਰੰਤੂ ਵਿਅਕਤੀ ਨੂੰ ਕੋਈ ਵੀ ਅਜਿਹਾ ਕਾਰਜ ਜਿਹੜਾ ਕਿ ਸਮਾਜ ਦੇ ਹਿੱਤਾਂ ਦੇ ਵਿਰੁੱਧ ਹੋਏਗਾ ਉਸ ਨੂੰ ਉਹ ਕਰਨ ਦੀ ਸੁਤੰਤਰਤਾ ਨਹੀਂ ਦਿੱਤੀ ਜਾ ਸਕਦੀ। ਯਾਨੀ ਕਿ ਵਿਅਕਤੀ ਨੂੰ ਉਸ ਦੀ ਉਚਿਤ ਇਹੋ ਜਿਹੇ ਮੌਕੇ ਪ੍ਰਦਾਨ ਕਰਨਾ ਜਿਸ ਦੇ ਵਿੱਚ ਉਹ ਆਪਣਾ ਵਿਕਾਸ ਕਰ ਸਕਦਾ ਹੈ, ਬਟ ਵਿਅਕਤੀ ਜਿਹੜਾ ਹੈਗਾ ਉਸ ਨੂੰ ਇਹੋ ਜਿਹਾ ਕੰਮ ਕਰਨ ਤੋਂ ਰੋਕਣਾ ਵੀ ਹੈ ਜੋ ਸਮਾਜਿਕ ਭਲਾਈ ਦੇ ਲਈ ਨਹੀਂ ਹੈ। ਸੋ ਉਸ ਤੋਂ ਬਾਅਦ ਆਉਂਦਾ ਹੈ ਨੇਚਰ ਐਂਡ ਕਰੈਕਟਰ ਸਕੈਚਸ ਆਫ ਦੀ ਲਿਬਰਟੀ। ਲਿਬਰਟੀ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ? ਨੰਬਰ 1, ਸੁਤੰਤਰਤਾ ਸਿਰਫ ਰਾਜ ਵਿੱਚ ਰਹਿ ਕੇ ਹੀ ਮਾਣੀ ਜਾ ਸਕਦੀ ਹੈ। ਲਿਬਰਟੀ ਕੈਨ ਬੀ ਇੰਜੋਇਡ ਓਨਲੀ ਇਨ ਦਾ ਸਟੇਟ। ਜਿਹੜੀ ਲਿਬਰਟੀ ਹੈ ਉਹਦਾ ਅਰਥ ਔਰ ਉਹਦਾ ਮੀਨਿੰਗ ਜਿਹੜੀ ਹੈਗੀ ਉਹ ਤਾਂ ਹੀ ਮੀਨਿੰਗਫੁਲ ਹੈ ਜੇ ਉਹ ਸਟੇਟ ਦੇ ਵਿੱਚ ਹੈ। ਜੰਗਲ 'ਚ ਕਿਸੇ ਤਰ੍ਹਾਂ ਦੀ ਕੋਈ ਵੀ ਲਿਬਰਟੀ ਨਹੀਂ ਹੁੰਦੀ। ਯੂ ਸਪੋਜ਼ ਦੈਟ ਕਿ ਤੁਸੀਂ ਜੰਗਲ ਦੇ ਵਿੱਚ ਘੁੰਮ ਰਹੇ ਹੋ, ਜੰਗਲੀ ਜਾਨਵਰ ਤੁਹਾਡੇ ਵੱਲ ਨੂੰ ਆਉਂਦਾ ਹੈ, ਸ਼ਿਕਾਰ ਕਰਨ ਲਈ ਆਉਂਦਾ ਹੈ, ਤਾਂ ਤੁਸੀਂ ਉਸਨੂੰ ਇਹ ਨਹੀਂ ਕਹੋਗੇ ਕਿ ਮੈਨੂੰ ਜੀਵਨ ਜੀਣ ਦਾ ਅਧਿਕਾਰ ਹੈ, ਕਿ ਤੂੰ ਮੈਨੂੰ ਨਹੀਂ ਖਾ ਸਕਦਾ, ਠੀਕ ਹੈ। ਸੋ ਇਸ ਕਰਕੇ ਕਿਹਾ ਜਾਂਦਾ ਹੈ ਬੇਟਾ ਕਿ ਜੰਗਲ ਵਰਗੇ ਜਾਂ ਕਿਤੇ ਹੋਰ ਜਿਹੜਾ ਹੈਗਾ ਇਸ ਚੀਜ਼ ਦੀ ਕੋਈ ਵੈਲਿਊ ਨਹੀਂ ਹੈ। ਲਿਬਰਟੀ ਦੀ ਵੈਲਿਊ ਓਨਲੀ ਔਨ ਇਨ ਯੋਰ ਸਟੇਟ ਹੈ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਸੁਤੰਤਰਤਾ ਰੋਕਾਂ ਦੀ ਅਣਹੋਂਦ ਨਹੀਂ ਹੈ। ਲਿਬਰਟੀ ਇਜ਼ ਨੋਟ ਦ ਐਬਸੈਂਸ ਆਫ ਰਿਸਟ੍ਰੇਂਟ। ਲਿਬਰਟੀ ਦਾ ਮਤਲਬ ਇਹ ਨਹੀਂ ਕਿ ਵਿਅਕਤੀ ਨੂੰ ਉਹ ਕੰਮ ਕਰਨ ਦਿਓ ਉਹ ਜੋ ਕਰਨਾ ਚਾਹੁੰਦਾ ਹੈ। ਕੱਲ੍ਹ ਨੂੰ ਤਾਂ ਕੋਈ ਵਿਅਕਤੀ ਕਹੂਗਾ ਕਿ ਮੈਨੂੰ ਇਹ ਬੰਦਾ ਪਸੰਦ ਨਹੀਂ ਹੈ ਜਾਂ ਮੈਨੂੰ ਇਹ ਪਰਸਨ ਪਸੰਦ ਨਹੀਂ ਹੈ ਤਾਂ ਮੈਂ ਇਹਦਾ ਮਰਡਰ ਕਰਦਾ। ਨੋ, ਇਹੋ ਜਿਹਾ ਕੋਈ ਰਾਈਟ ਜਿਹੜਾ ਹੈਗਾ ਜਾਂ ਇਹੋ ਜਿਹਾ ਕੋਈ ਵੀ ਜਿਹੜਾ ਕੰਮ ਹੈ ਉਹ ਵਿਅਕਤੀ ਨੂੰ ਕਰਨ ਦੀ ਇਜਾਜ਼ਤ ਨਹੀਂ ਹੈ। ਲਿਬਰਟੀ ਇਜ਼ ਨੈਵਰ ਐਬਸੋਲੂਟ। ਸੁਤੰਤਰਤਾ ਅਸੀਮਿਤ ਨਹੀਂ ਹੁੰਦੀ। ਸੁਤੰਤਰਤਾ 'ਤੇ ਬਹੁਤ ਸਾਰੀਆਂ ਲਿਮਿਟੇਸ਼ਨਸ ਹੁੰਦੀਆਂ ਨੇ ਬੇਟਾ, ਔਰ ਇਹ ਕਦੇ ਵੀ ਅਸੀਮਿਤ ਨਹੀਂ ਦਿੱਤੀ ਜਾਂਦੀ। ਅਗਰ ਕਿਸੇ ਵਿਅਕਤੀ ਨੂੰ ਲਿਮਿਟਲੈਸ ਲਿਬਰਟੀ ਦੇ ਦਿੱਤੀ ਜਾਵੇ ਤਾਂ ਇਸ ਦੇਸ਼ ਦੇ ਵਿੱਚ ਜਿਹੜਾ ਹੈਗਾ ਉਹ ਅਰਾਜਕਤਾ ਵਾਲਾ ਸਥਿਤੀ ਹੋ ਜਾਏਗੀ, ਜਿਸ ਨੂੰ ਕੰਟਰੋਲ ਕਰਨਾ ਔਖਾ ਹੋਏਗਾ। ਲਿਬਰਟੀ ਇਜ਼ ਯੂਨੀਵਰਸਲ। ਯੂਨੀਵਰਸਲ ਹੁੰਦੀ ਹੈ ਬੇਟਾ, ਹਰ ਜਗ੍ਹਾ ਵਿਰਾਜਮਾਨ ਹੁੰਦੀ ਹੈ, ਹਰ ਜਗ੍ਹਾ ਹੁੰਦੀ ਹੈ, ਚਾਹੇ ਉਹ ਸਟੇਟ ਛੋਟੀ ਹੈ ਚਾਹੇ ਵੱਡੀ ਹੈ, ਹਰ ਜਗ੍ਹਾ ਲਿਬਰਟੀ ਜਿਹੜੀ ਹੈਗੀ ਆ ਉਹ ਹੈ। ਕਾਨੂੰਨ ਅਤੇ ਸੁਤੰਤਰਤਾ ਇੱਕ ਦੂਜੇ ਦੇ ਵਿਰੁੱਧ ਨਹੀਂ ਹੈ। ਲਾਅ ਐਂਡ ਲਿਬਰਟੀ ਆਰ ਨਾਟ ਦੇ ਆਪੋਜ਼ਿਟ ਆਫ ਈਚ ਅਦਰ। ਕਈ ਲੋਕ ਜਿਹੜੇ ਕਹਿੰਦੇ ਨੇ ਕਿ ਕਾਨੂੰਨ ਜਿਹੜੇ ਹੈਗੇ ਨੇ ਉਹ ਲਿਬਰਟੀ ਦੇ ਉੱਤੇ ਇੱਕ ਤਰ੍ਹਾਂ ਦੀ ਰੋਕ ਦਾ ਕੰਮ ਕਰਦੇ ਨੇ, ਬਟ ਨਹੀਂ, ਜਿਹੜੇ ਕਾਨੂੰਨ ਨੇ ਉਹ ਲਿਬਰਟੀ ਦੇ ਨਾਲ ਚੱਲਦੇ ਨੇ, ਇੱਕ ਦੂਜੇ ਦੇ ਪੈਰਲਲ ਚੱਲਦੇ ਨੇ, ਕਿਉਂਕਿ ਅਗਰ ਕਾਨੂੰਨ ਨਾ ਹੋਣ ਤਾਂ ਬੇਟਾ ਕਿਸੇ ਦੀ ਵੀ ਲਿਬਰਟੀ ਜਿਹੜੀ ਹੈਗੀ ਉਹ ਪ੍ਰੋਟੈਕਟ ਨਹੀਂ ਕੀਤੀ ਜਾ ਸਕਦੀ। ਉਸ ਤੋਂ ਬਾਅਦ ਹੈ ਲਿਬਰਟੀ ਇਜ਼ ਐਨ ਇਨਵਾਇਰਮੈਂਟਲ। ਸੁਤੰਤਰਤਾ ਇੱਕ ਵਾਤਾਵਰਣ ਹੈ, ਇੱਕ ਐਟਮੋਸਫੇਅਰ ਹੈ, ਇੱਕ ਇਹੋ ਜਿਹਾ ਵਾਤਾਵਰਣ ਪੈਦਾ ਕਰਨਾ ਜਿਸ ਦੇ ਵਿੱਚ ਵਿਅਕਤੀ ਨੂੰ ਉਚਿਤ ਮੌਕੇ ਪ੍ਰਦਾਨ ਹੋਣ, ਇੱਕ ਵੈਲਫੇਅਰ ਸਟੇਟ ਜਿਹੜੀ ਹੈਗੀ ਹੈ ਉਸ ਦੀ ਹੋਵੇ, ਔਰ ਇਹੋ ਜਿਹੇ ਵਿਅਕਤੀ ਦਾ ਨਿਰਮਾਣ ਕਰਨਾ ਹੈ ਜੋ ਦੂਸਰੇ ਵਿਅਕਤੀ ਦੇ ਲਈ ਜਿਹੜਾ ਹੈਗਾ ਉਹ ਇੱਕ ਵਧੀਆ ਪਰਸਨ ਜਿਹੜਾ ਹੈਗਾ ਉੱਭਰ ਕੇ ਸਾਹਮਣੇ ਆਵੇ। ਐਬਸੈਂਸ ਆਫ ਸਪੈਸ਼ਲ ਪ੍ਰਿਵਿਲੇਜਸ।
ਵਿਸ਼ੇਸ਼ ਅਧਿਕਾਰਾਂ ਦੀ ਹੋਂਦ, ਕਿਸੇ ਵਿਅਕਤੀ ਨੂੰ ਜਨਮ, ਧਰਮ, ਰੰਗ, ਜਾਤੀ, ਨਸਲ ਦੇ ਆਧਾਰ 'ਤੇ ਕੋਈ ਵੀ ਤਰ੍ਹਾਂ ਦੀ ਕਿਸੇ ਵੀ ਸਪੈਸ਼ਲ ਪ੍ਰੋਵੀਜ਼ਨ ਨਹੀਂ ਦਿੱਤੀ ਜਾ ਸਕਦੀ। ਇਹ ਵੀ ਇੱਕ ਸੁਤੰਤਰਤਾ ਦੀ ਜਿਹੜੀ ਹੈਗੀ ਆ ਕਹਿ ਲਓ ਇੱਕ ਫੀਚਰ ਹੈ, ਠੀਕ ਹੈ। ਉਸ ਤੋਂ ਬਾਅਦ ਹੈ ਰਾਈਟਸ ਐਂਡ ਅਸੈਂਸ਼ੀਅਲ ਕੰਡੀਸ਼ਨਸ ਆਫ ਦ ਲਿਬਰਟੀਜ਼। ਅਧਿਕਾਰ ਸੁਤੰਤਰਤਾ ਦੀਆਂ ਜ਼ਰੂਰੀ ਸ਼ਰਤਾਂ ਹਨ। ਅਗਰ ਕਿਸੇ ਵਿਅਕਤੀ ਕੋਲ ਅਧਿਕਾਰ ਨਹੀਂ ਹੈ ਤਾਂ ਸੁਤੰਤਰਤਾ ਜਿਹੜੀ ਹੈਗੀ ਹੈ ਕੋਈ ਮਾਇਨੇ ਨਹੀਂ ਰੱਖਦੀ ਹੈਗੀ। ਸੁਤੰਤਰਤਾ ਦੇ ਭਿੰਨ ਭਿੰਨ ਰੂਪ ਅਲੱਗ-ਅਲੱਗ। ਨੰਬਰ 1 ਨੈਚੁਰਲ ਲਿਬਰਟੀ। ਨੈਚੁਰਲ ਲਿਬਰਟੀ ਉਹ ਜੋ ਤੁਹਾਨੂੰ ਕੁਦਰਤ ਨੇ ਦਿੱਤੀ ਹੈ, ਕਿਸੇ ਸੰਸਥਾ ਨੇ, ਕਿਸੇ ਸਟੇਟ ਨੇ ਨਹੀਂ ਦਿੱਤੀ। ਲਾਈਕ ਜੀਵਨ ਜੀਣ ਦਾ ਅਧਿਕਾਰ, ਠੀਕ ਹੈ, ਸਾਹ ਲੈਣ ਦਾ ਅਧਿਕਾਰ ਜਿਹੜਾ ਹੈਗਾ, ਸਾਹ ਲੈਣ ਦੀ ਸੁਤੰਤਰਤਾ ਜਿਹੜੀ ਕਹਿੰਦੇ ਹੋ, ਹੈ ਨਾ। ਕਿਹਾ ਜਾਂਦਾ ਹੈ, ਰੂਸੋ ਕਹਿੰਦਾ ਹੈ ਮਨੁੱਖ ਸੁਤੰਤਰ ਪੈਦਾ ਹੋਇਆ ਹੈ ਪਰ ਉਹ ਹਰ ਥਾਂ ਜ਼ੰਜੀਰਾਂ ਦੇ ਵਿੱਚ ਜਕੜਿਆ ਹੋਇਆ ਹੈ। ਪਰੰਤੂ ਫਿਰ ਵੀ ਆਪਾਂ ਮੰਨਦੇ ਹਾਂ ਕਿ ਜਿਉਣ ਦਾ ਅਧਿਕਾਰ ਜਿਹੜਾ ਹੈਗਾ ਉਹ ਵਿਅਕਤੀ ਨੂੰ ਕਿਸੇ ਨੇ ਨਹੀਂ ਦਿੱਤਾ, ਬਲਕਿ ਉਸਨੂੰ ਜਨਮ ਦੇ ਨਾਲ ਹੀ ਮਿਲਿਆ ਹੋਇਆ ਹੈ। ਸਿਵਲ ਲਿਬਰਟੀ, ਸਮਾਜ ਦਾ ਮੈਂਬਰ ਹੋਣ ਦੇ ਨਾਤੇ ਜਿਹੜੀਆਂ ਸਹੂਲਤਾਂ ਤੁਹਾਨੂੰ ਪ੍ਰਾਪਤ ਹੁੰਦੀਆਂ ਨੇ ਉਹ ਕੀ ਹੈ? ਨਾਗਰਿਕ ਸੁਤੰਤਰਤਾ, ਕਿ ਨਾਗਰਿਕ ਕਿਤੇ ਵੀ ਆ ਜਾ ਸਕਦਾ ਹੈ, ਕੁਝ ਵੀ ਖਾ ਪੀ ਸਕਦਾ ਹੈ, ਠੀਕ ਹੈ, ਸਮਾਜ ਦੇ ਵਿੱਚ ਕਿਤੇ ਵੀ ਘੁੰਮ ਫਿਰ ਸਕਦਾ ਹੈ, ਘਰ ਬਣਾ ਸਕਦਾ ਹੈ, ਫੈਮਿਲੀ ਆਪਣੀ ਬਣਾ ਸਕਦਾ ਹੈ। ਸੋ ਦੀਜ਼ ਆਰ ਯੂਅਰ ਸਿਵਲ ਰਾਈਟ ਵਿਚ ਆਰ ਰਿਲੇਟਡ ਟੂ ਐਜ਼ ਅ ਮੈਂਬਰ ਆਫ ਦ ਸੁਸਾਇਟੀ। ਨਾਗਰਿਕ ਦੀ ਸੁਤੰਤਰਤਾ ਦੇ ਦੋ ਪੱਖ ਹੁੰਦੇ ਨੇ ਬੇਟਾ, ਨਿੱਜੀ ਸੁਤੰਤਰਤਾ ਤੇ ਇੱਕ ਜਿਹੜੀ ਹੈਗੀ ਹੈ ਸਮਾਜਿਕ ਸੁਤੰਤਰਤਾ। ਨਿੱਜੀ ਸੁਤੰਤਰਤਾ ਕਿ ਉਹ ਆਪਣੇ ਪਰਸਨਲ ਕੰਮਾਂ ਦੇ ਵਿੱਚ ਬਿਲਕੁਲ ਫਰੀ ਹੈ, ਕਿੰਨੇ ਬੱਚੇ ਪੈਦਾ ਕਰਨੇ ਹੈ, ਮੈਰਿਜ ਉਹਨੇ ਕਰਵਾਉਣੀ ਹੈ ਜਾਂ ਨਹੀਂ ਕਰਵਾਉਣੀ, ਆਪਣੀ ਫੈਮਿਲੀ ਦੀ ਲੁੱਕ ਆਫਟਰ ਕਰਨੀ ਹੈ ਜਾਂ ਨਹੀਂ ਕਰਨੀ, ਦੈਟ ਇਜ਼ ਦ ਲਿਬਰਟੀ, ਠੀਕ ਹੈ। ਉਹਨੂੰ ਇਜਾਜ਼ਤ ਹੈ ਉਹ ਕਿਸੇ ਵੀ ਤਰੀਕੇ ਨਾਲ ਕਰ ਸਕਦਾ ਹੈ। ਇੱਕ ਹੁੰਦੀ ਹੈ ਸਮਾਜਿਕ ਸੁਤੰਤਰਤਾ, ਸਮਾਜ ਲਈ ਕੰਮ ਕਰਨਾ, ਸਮਾਜ ਦੀ ਭਲਾਈ ਲਈ ਕੰਮ ਕਰਨਾ, ਦੈਟ ਇਜ਼ ਆਲਸੋ ਦਾ ਲਿਬਰਟੀ। ਪੋਲੀਟੀਕਲ ਲਿਬਰਟੀ ਮੀਨਸ ਰਾਜਨੀਤਿਕ ਦਾ ਰਾਜਨੀਤੀ ਦੇ ਵਿੱਚ ਤੁਹਾਨੂੰ ਕਿਸ ਸੁਤੰਤਰਤਾ, ਕਿਸ ਤਰ੍ਹਾਂ ਦੀ ਸੁਤੰਤਰਤਾ ਹੈ। ਜਿਹੜੇ ਬੇਟੇ ਰਾਈਟਸ ਨੇ, ਸੁਤੰਤਰਤਾ ਹੈ, ਸਮਾਨਤਾ ਹੈ, ਜਸਟਿਸ ਹੈ, ਇਹ ਸਾਰੇ ਹੀ ਚੈਪਟਰ ਜਿਹੜੇ ਹੈਗੇ ਨੇ ਇੱਕ ਦੂਜੇ ਦੇ ਨਾਲ ਰਿਲੇਟਡ ਨੇ, ਕੋ ਰਿਲੇਟਡ ਨੇ। ਅਗਰ ਤੁਸੀਂ ਇੱਕ ਚੈਪਟਰ ਈਜ਼ੀਲੀ ਪੜ੍ਹ ਲੈਂਦੇ ਹੋ, ਇੱਕ ਚੈਪਟਰ ਤੁਸੀਂ ਧਿਆਨ ਦੇ ਵਿੱਚ ਨਾਲ ਪੜ੍ਹ ਲੈਂਦੇ ਹੋ, ਤਾਂ ਤੁਹਾਨੂੰ ਬਾਕੀ ਜਿਹੜੇ ਚੈਪਟਰਸ ਨੇ ਉਹ ਕਰਨੇ ਈਜ਼ੀ ਹੋ ਜਾਣਗੇ। ਤੁਸੀਂ ਦੇਖਿਓ ਅੱਗੇ ਆਪਾਂ ਜਦੋਂ ਕਰਾਂਗੇ ਨਾ, ਕੁਝ ਵੀ ਕਰਾਂਗੇ, ਅੱਗੇ ਆਪਾਂ ਇਕੁਐਲਿਟੀ ਪੜ੍ਹਾਂਗੇ, ਜਸਟਿਸ ਪੜ੍ਹਾਂਗੇ, ਤਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਾਰ-ਬਾਰ ਆਉਣਗੀਆਂ। ਪੋਲੀਟੀਕਲ ਲਿਬਰਟੀ ਦੀ ਜਗ੍ਹਾ ਆ ਜਾਏਗਾ ਪੋਲੀਟੀਕਲ ਜਸਟਿਸ। ਸੋ ਪੋਲੀਟੀਕਲ ਦਾ ਮੈਂਬਰ ਹੋਣ ਦੇ ਨਾਤੇ ਪੋਲੀਟਿਕਸ ਦੇ ਵਿੱਚ ਜਾਂ ਕਿਹੜੇ ਤੁਹਾਨੂੰ ਸੁਤੰਤਰਤਾਵਾਂ ਮਿਲੀਆਂ ਹਨ, ਜਿਵੇਂ ਕਿ ਚੁਣਾਵ ਲੜਨ ਦਾ ਅਧਿਕਾਰ, ਸਰਕਾਰ ਦਾ ਵਿਰੋਧ ਕਰਨ ਦਾ ਅਧਿਕਾਰ, ਪ੍ਰੈਸ ਅਤੇ ਮੀਡੀਆ ਦਾ ਅਧਿਕਾਰ, ਆਪਣੇ ਵਿਚਾਰ ਰੱਖਣ ਦਾ ਅਧਿਕਾਰ ਜਿਹੜਾ ਹੈਗਾ ਤੁਹਾਨੂੰ ਮਿਲਿਆ ਹੈ। ਸੁਤੰਤਰਤਾ ਤੁਹਾਨੂੰ ਮਿਲੀ ਹੈ, ਬਸ ਅਧਿਕਾਰ ਦੀ ਜਗ੍ਹਾ ਸੁਤੰਤਰਤਾ ਆ ਜਾਏਗਾ। ਸੁਤੰਤਰਤਾ ਮਿਲੀ ਹੈ ਅਤੇ ਤੁਸੀਂ ਕਿਸੇ ਵੀ ਸਰਕਾਰ ਦੀ ਆਲੋਚਨਾ ਕਰਨ ਦੀ ਸੁਤੰਤਰਤਾ ਹੈ ਤੁਹਾਨੂੰ, ਠੀਕ ਹੈ। ਇਕਨੋਮਿਕ ਲਿਬਰਟੀ, ਇਕਨੋਮਿਕ ਲਿਬਰਟੀ ਮਤਲਬ ਵਿਅਕਤੀ ਜਿਹੜਾ ਹੈਗਾ ਉਹ ਆਪਣੇ ਕੈਪੇਬਿਲਿਟੀ ਦੇ ਅਕੋਰਡਿੰਗਲੀ ਜਿਹੜਾ ਕੰਮ ਪ੍ਰਾਪਤ ਕਰ ਸਕਦਾ ਹੈ। ਜੇ ਉਹ ਕੰਮ ਕਰ ਰਿਹਾ ਹੈ ਤਾਂ ਉਸਨੂੰ ਇਹ ਸੁਤੰਤਰਤਾ ਹੈਗੀ ਹੈ ਕਿ ਉਹ ਆਰਾਮ ਕਰਨ ਦਾ ਅਧਿਕਾਰ ਜਿਹੜਾ ਹੈਗਾ ਉਹ ਡਿਮਾਂਡ ਕਰ ਸਕਦਾ ਹੈ। ਸੋ ਉਸ ਤੋਂ ਬਾਅਦ ਨੈਸ਼ਨਲ ਲਿਬਰਟੀ। ਨੈਸ਼ਨਲ ਮੀਨਸ ਤੁਹਾਡੇ ਦੇਸ਼, ਆਪਣੇ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਕਿਹੜੀਆਂ ਸਵਰਨਿਟੀਜ਼ ਮਿਲੀਆਂ ਹੋਈਆਂ ਨੇ, ਆਪਣੇ ਦੇਸ਼ ਦੇ ਵਿੱਚ ਘੁੰਮਣ ਫਿਰਨ ਦਾ ਅਧਿਕਾਰ ਹੈ, ਸੁਤੰਤਰ ਹੋ ਤੁਸੀਂ, ਠੀਕ ਹੈ, ਸੈਲਫ ਗਵਰਨਮੈਂਟ ਹੈਗੀ ਤੁਹਾਡੀ। ਤੋ ਉਸ ਧਾਰਮਿਕ ਸੁਤੰਤਰਤਾ ਤੁਹਾਨੂੰ ਪਤਾ ਹੀ ਹੈ, ਆਪਣਾ ਦੇਸ਼ ਜਿਹੜਾ ਸੈਕੂਲਰ ਸਟੇਟ ਹੈ, ਮੀਨਸ ਵਿਅਕਤੀ ਜਿਹੜਾ ਹੈਗਾ ਕਿਸੇ ਵੀ ਧਰਮ ਨੂੰ ਛੱਡ ਕੇ ਦੂਸਰਾ ਧਰਮ ਅਪਣਾ ਸਕਦਾ ਹੈ, ਹਾਂ, ਬਟ ਉਹ ਕਿਸੇ ਵੀ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ, ਠੀਕ ਹੈ। ਮੋਰਲ ਲਿਬਰਟੀ ਮਤਲਬ ਨੈਤਿਕ ਸੁਤੰਤਰਤਾ, ਕਿ ਨੈਤਿਕਤਾ ਦੇ ਵਿੱਚ ਜਿਹੜਾ ਹੈਗਾ ਉਹ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਦੀ ਸੁਤੰਤਰਤਾ, ਬੱਚਿਆਂ ਦੇ ਪਾਲਣ ਪੋਸ਼ਣ ਕਰਨ ਦੀ ਸੁਤੰਤਰਤਾ, ਧਰਮ ਅਧਰਮ, ਨੈਤਿਕ ਅਨੈਤਿਕ ਵਿੱਚ ਅੰਤਰ ਪਹਿਚਾਣ ਕਰਨ ਦੀ ਸੁਤੰਤਰਤਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਮਤਲਬ ਕਿ ਅਗਰ ਸਿਵਲ ਆਉਂਦਾ ਹੈ, ਅਗਰ ਸਮਾਜ ਆਉਂਦਾ ਹੈ, ਤਾਂ ਮਤਲਬ ਸਮਾਜ ਦਾ ਨਾਗਰਿਕ ਹੋਣ ਦੇ ਨਾਤੇ ਕਿਹੜੀਆਂ ਸੁਤੰਤਰਤਾ, ਨਾਗਰਿਕ ਸੁਤੰਤਰਤਾ, ਨਾਗਰਿਕ ਹੋਣ ਦੇ ਨਾਤੇ ਕਿਹੜੀਆਂ ਸੁਤੰਤਰਤਾ ਨੇ, ਠੀਕ ਹੈ। ਪੋਲੀਟੀਕਲ ਸੁਤੰਤਰਤਾ ਜਾਂ ਪੋਲੀਟੀਕਲ ਲਿਬਰਟੀ ਮੀਨਸ ਪੋਲੀਟਿਕਸ ਦਾ ਮੈਂਬਰ ਹੋਣ ਦੇ ਨਾਤੇ ਕਿਹੜੀਆਂ ਸੁਤੰਤਰਤਾ। ਦਿਸ ਚੈਪਟਰ ਆਰ ਸੋ ਈਜ਼ੀ, ਸੋ ਇਸ ਕਰਕੇ ਬੇਟਾ ਆਪਸ ਦੇ ਵਿੱਚ ਕੋਰਿਲੇਟ ਹੋਣਗੇ ਇਹ ਚੈਪਟਰ, ਜਿਹੜੇ ਕਿ ਤੁਹਾਨੂੰ ਕਰਨੇ ਸੌਖੇ ਹੋ ਜਾਣਗੇ। ਇੰਡੀਵਿਜੂਅਲ ਫਰੀਡਮ, ਇੰਡੀਵਿਜੂਅਲ ਮੀਨਸ ਜੋ ਵਿਅਕਤੀ ਦੇ ਆਪਣੇ ਨਾਲ ਰਿਲੇਟਡ ਹੈ, ਉਹਨੇ ਆਪਣੇ ਆਪ ਦਾ ਗਰੋਥ ਕਰਨੀ ਹੈ, ਪੈਸਾ ਕਮਾਉਣ ਦੀ ਸੁਤੰਤਰਤਾ, ਆਪਣਾ ਵਿਕਾਸ ਕਰਨ ਦੀ ਸੁਤੰਤਰਤਾ, ਠੀਕ ਹੈ, ਜੋ ਉਸਦੀ ਨਿੱਜੀ ਪਰਸਨਲ ਸੁਤੰਤਰਤਾ ਦੇ ਨਾਲ ਜੁੜਿਆ ਹੋਇਆ ਹੈ। ਉਸ ਤੋਂ ਬਾਅਦ ਆਉਂਦਾ ਬੇਟਾ ਥਿਊਰੀਜ਼ ਆਫ ਨੈਗੇਟਿਵ ਐਂਡ ਪੋਜ਼ੀਟਿਵ ਲਿਬਰਟੀ, ਸੁਤੰਤਰਤਾ ਦਾ ਨਕਾਰਾਤਮਕ ਅਤੇ ਸਕਾਰਾਤਮਕ ਪੱਖ। ਇਹ ਆਪਾਂ ਨੈਕਸਟ ਟੌਪਿਕ ਦੇ ਵਿੱਚ ਕਰਾਂਗੇ। ਫਿਲਹਾਲ ਹਜੇ ਤੁਸੀਂ ਇੰਨਾ ਹੀ ਕਰਨਾ ਹੈ ਕਿ ਸੁਤੰਤਰਤਾ ਦਾ ਕੀ ਅਰਥ ਹੈ, ਇਹਦੀਆਂ ਕਿਹੜੀਆਂ ਡੈਫੀਨੇਸ਼ਨਸ ਨੇ, ਇਹਦਾ ਵਰਡ ਕਿੱਥੋਂ ਓਰੀਜਨ ਹੋਇਆ ਔਰ ਇਹਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਨੇ।